ਪੰਜਵੇਂ ਹਫ਼ਤੇ ਵਿੱਚ ਤੁਹਾਡਾ ਸਵਾਗਤ ਹੈ। ਇਹ ਪਹਿਲਾ ਮੋਡਿਊਲ ਹੈ। ਅਸੀਂ ਲੋਡਡ ਸਪਰਿੰਗ ਕਹੇ ਜਾਣ ਵਾਲੇ ਕਪਲਡ ਓਸੀਲੇਸ਼ਨ ਨੂੰ ਦੇਖਣ ਜਾ ਰਹੇ ਹਾਂ। ਅਸੀਂ ਜੋ ਕੁਝ ਕਰ ਰਹੇ ਸੀ, ਉਸ ਦਾ ਜਾਇਜ਼ਾ ਲੈਣ ਲਈ ਇਹ ਇੱਕ ਵਧੀਆ ਬਿੰਦੂ ਹੈ। ਇਸ ਲਈ ਅਸੀਂ ਸਧਾਰਨ ਓਸੀਲੇਸ਼ਨਾਂ ਨੂੰ ਦੇਖ ਕੇ ਸ਼ੁਰੂਆਤ ਕੀਤੀ, ਅਤੇ ਫਿਰ ਵਧੇਰੇ ਯਥਾਰਥਵਾਦੀ ਪ੍ਰਾਪਤ ਕਰਨ ਲਈ ਅਸੀਂ ਵਿਸਕਸ ਡੈਂਪਿੰਗ ਦੇ ਕਾਰਨ ਇਫੈਕਟ ਸ਼ਾਮਲ ਕੀਤੇ। ਓਸੀਲੇਸ਼ਨ ਅਤੇ ਡੈਂਪਿੰਗ ਮੌਜੂਦ ਹੋਣ ਦੇ ਨਾਲ, ਅਸੀਂ ਸਮੇਂ-ਸਮੇਂ ਤੇ ਪੀਰੀਆਡਿਕ ਡਰਾਈਵਿੰਗ ਦੇ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ, ਅਤੇ ਅਸੀਂ ਅਜਿਹੀਆਂ ਚੀਜ਼ਾਂ ਦੇਖੀਆਂ ਜਿਵੇਂ ਕਿ ਗੂੰਜ ਹੁੰਦੀ ਹੈ, ਵਿਸਥਾਪਨ ਅਤੇ ਵੇਗ ਵਿੱਚ ਗੂੰਜ ਅਤੇ ਹੋਰ। ਅਤੇ ਫਿਰ ਅਸੀਂ ਕਪਲਡ ਓਸੀਲੇਸ਼ਨ ਦਾ ਅਧਿਐਨ ਕੀਤਾ। ਇੱਕ ਵਾਰ ਜਦੋਂ ਤੁਸੀਂ ਕਪਲਡ ਸਿਸਟਮ ਕਹਿੰਦੇ ਹੋ ਤਾਂ ਤੁਸੀਂ ਇਸ ਬਾਰੇ ਚਿੰਤਾ ਨਾ ਕਰੋ ਕਿ ਇੱਕ ਇੰਡੀਵਿਜੂਅਲ ਐਲੀਮੈਂਟ ਕੀ ਕਰ ਰਿਹਾ ਹੈ। ਤੁਸੀਂ ਇਸ ਬਾਰੇ ਵੀ ਗੱਲ ਕਰ ਸਕਦੇ ਹੋ, ਪਰ ਜ਼ਿਆਦਾਤਰ ਅਸੀਂ ਇਸ ਵਿੱਚ ਦਿਲਚਸਪੀ ਰੱਖਦੇ ਹਾਂ ਕਿ ਸਮੁੱਚਾ ਸਿਸਟਮ ਕੀ ਕਰ ਰਿਹਾ ਹੈ। ਇਸ ਲਈ ਉਸ ਸੰਦਰਭ ਵਿੱਚ ਅਸੀਂ ਸਾਧਾਰਨ ਫ੍ਰੀਕੁਐਂਸੀਜ਼ ਅਤੇ ਸਾਧਾਰਨ ਮੋਡਾਂ ਦਾ ਵਿਚਾਰ ਪੇਸ਼ ਕੀਤਾ, ਜੋ ਕਿ ਮੂਲ ਰੂਪ ਵਿੱਚ ਕਪਲਡ ਸਿਸਟਮ ਦੇ ਓਸੀਲੇਸ਼ਨਾਂ ਦੇ ਪੈਟਰਨ ਹਨ। ਹੁਣ ਅਸੀਂ ਉਸ ਵਿਚਾਰ ਨੂੰ ਹੋਰ ਅੱਗੇ ਲਿਜਾਣਾ ਚਾਹੁੰਦੇ ਹਾਂ, ਕਪਲਡ ਓਸੀਲੇਸ਼ਨਸ ਦਾ ਵਿਚਾਰ। ਇਸ ਲਈ ਅਸੀਂ ਇੱਕ ਸੀਮਾ ਤੱਕ ਜਾਣਾ ਚਾਹੁੰਦੇ ਹਾਂ ਜਿੱਥੇ ਵੱਡੀ ਗਿਣਤੀ ਵਿੱਚ ਕਣ ਇਕੱਠੇ ਹੁੰਦੇ ਹਨ, ਅਤੇ ਉਚਿਤ ਸੀਮਾ ਵਿੱਚ ਉਹ ਉਦਾਹਰਨ ਲਈ ਇੱਕ ਸਟਰਿੰਗ ਬਣ ਸਕਦੇ ਹਨ। ਇਸ ਲਈ ਉਸ ਲਈ ਸ਼ੁਰੂਆਤੀ ਬਿੰਦੂ ਕੁਝ ਅਜਿਹਾ ਹੋਵੇਗਾ ਜੋ ਮੈਂ ਇੱਥੇ ਖਿੱਚਿਆ ਹੈ। ਇਸ ਲਈ ਤੁਹਾਡੇ ਕੋਲ ਉਹ ਹਨ ਜੋ ਬੀਡਸ ਕਹੇ ਜਾਂਦੇ ਹਨ, ਅਤੇ ਉਹ ਇੱਕ ਸਪਰਿੰਗ ਰਾਹੀਂ ਆਪਸ ਵਿੱਚ ਜੁੜੇ ਹੁੰਦੇ ਹਨ। ਅਤੇ ਜੇਕਰ ਤੁਸੀਂ ਸੱਚਮੁੱਚ ਇੱਕ ਅਜਿਹਾ ਸਿਸਟਮ ਬਣਾਉਂਦੇ ਹੋ, ਜੋ ਕਰਨਾ ਬਹੁਤ ਆਸਾਨ ਹੈ, ਅਤੇ ਜੇਕਰ ਤੁਸੀਂ ਉਹਨਾਂ ਵਿੱਚੋਂ ਇੱਕ ਨੂੰ ਓਸੀਲੇਟ ਕਰਦੇ ਜਾਂ ਕਰਨ ਦੀ ਕੋਸ਼ਿਸ਼ ਕਰਦੇ ਹੋ ਜਾਂ ਉਹਨਾਂ ਵਿੱਚੋਂ ਇੱਕ ਨੂੰ ਡਿਸਟਰਬ ਕਰਦੇ ਹੋ, ਤਾਂ ਜਲਦੀ ਹੀ ਇਸ ਦੇ ਨਾਲ ਵਾਲਾ ਵੀ ਡਿਸਟਰਬ ਹੋ ਜਾਵੇਗਾ, ਅਤੇ ਥੋੜੀ ਦੇਰ ਬਾਅਦ ਉਸ ਕੋਲ ਵਾਲਾ ਵੀ ਡਿਸਟਰਬ ਹੋ ਜਾਵੇਗਾ। ਇਸ ਲਈ ਜੋ ਹੋ ਰਿਹਾ ਹੈ, ਉਹ ਡਿਸਟਰਬੈਂਸ ਹੈ ਜੋ ਤੁਸੀਂ ਪੈਦਾ ਕੀਤੀ ਹੈ। ਆਓ ਇਹ ਕਹੀਏ ਕਿ ਇੱਥੇ ਇੱਕ ਬਿੰਦੂ ਤੇ ਸਟਰੈਂਥ ਦੁਆਰਾ ਫੈਲ ਰਹੀ ਹੈ, ਅਤੇ ਇਹ ਇਸ ਲਈ ਹੈ ਕਿਉਂਕਿ ਇੱਥੇ ਕਪਲਿੰਗ ਹੈ। ਇਸ ਲਈ ਜੇਕਰ ਇਹ ਓਸੀਲੇਟ ਹੋ ਰਿਹਾ ਹੈ ਤਾਂ ਇਸ ਦੇ ਅੱਗੇ ਵਾਲਾ ਵੀ ਓਸੀਲੇਟ ਹੋਣ ਜਾ ਰਿਹਾ ਹੈ, ਅਤੇ ਹੋਰ ਵੀ। ਇਸ ਲਈ ਦੁਬਾਰਾ ਸਾਡੇ ਕੋਲ ਉਸੇ ਤਰ੍ਹਾਂ ਦੇ ਸਵਾਲ ਹਨ ਜੋ ਪਿਛਲੇ ਅਧਿਆਇ ਵਿੱਚ ਸੀ। ਨਾਰਮਲ ਮੋਡਸ ਕੀ ਹਨ? ਇਸ ਲਈ ਅਸੀਂ ਹੌਲੀ-ਹੌਲੀ 1, 2 ਅਤੇ 3 ਨਾਲ ਅੱਗੇ ਵਧਣਾ ਸ਼ੁਰੂ ਕਰ ਸਕਦੇ ਹਾਂ, ਪਰ ਅੰਤ ਵਿੱਚ ਐਨ ਕਣਾਂ ਜਾਂ ਐਨ ਮਣਕਿਆਂ ਵਿੱਚ ਦਿਲਚਸਪੀ ਰੱਖਦੇ ਸੀ। ਇਸ ਲਈ ਅਸੀਂ ਇਸ ਨੂੰ ਇੱਕ ਸਟਰਿੰਗ ਅਤੇ ਬੀਡਸ ਦੇ ਇੱਕ ਛੋਟੇ ਸੈਗਮੈਂਟ ਤੇ ਵਿਚਾਰ ਕਰਕੇ ਸ਼ੁਰੂ ਕਰਾਂਗੇ। ਤਾਂ ਜੋ ਮੇਰੇ ਸਾਹਮਣੇ ਇੱਥੇ 3 ਬੀਡਸ ਹਨ ਜੋ ਇੱਕ ਸਟਰਿੰਗ ਰਾਹੀਂ ਜੁੜੇ ਹੋਏ ਹਨ। ਆਮ ਤੌਰ ਤੇ ਜੇਕਰ ਤੁਹਾਡੇ ਕੋਲ ਅਜਿਹਾ ਸਿਸਟਮ ਹੈ, ਤਾਂ ਤੁਸੀਂ ਸ਼ਾਇਦ ਇਸ ਨੂੰ ਕੰਧਾਂ ਨਾਲ ਬੰਨੋਗੇ, ਅਤੇ ਇਸ ਤਰ੍ਹਾਂ ਹੀ ਇਹ ਉਹ ਹਨ ਜਿਨ੍ਹਾਂ ਨੂੰ ਬਾਉਂਡਰੀ ਕੰਡੀਸ਼ਨਸ ਕਿਹਾ ਜਾਵੇਗਾ। ਇਸ ਲਈ ਇਸ ਸਟੇਜ ਤੇ ਬਾਉਂਡਰੀ ਕੰਡੀਸ਼ਨਸ ਬਾਰੇ ਚਿੰਤਾ ਨਾ ਕਰੀਏ। ਇਸ ਲਈ ਅਸੀਂ ਸਿਰਫ ਸਟਰਿੰਗ ਦੇ ਇਸ ਸੈਗਮੈਂਟ ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਜਦੋਂ ਤੁਸੀਂ ਕੁਝ ਨਹੀਂ ਕਰਦੇ ਹੋ ਤਾਂ ਸਟਰਿੰਗ ਬਾਹਰ ਹੋ ਜਾਂਦੀ ਹੈ, ਇਸ ਲਈ ਸਟਰਿੰਗ ਵਿੱਚ ਕੁਝ ਟੈਂਸ਼ਨ ਟੀ ਹੁੰਦੀ ਹੈ। ਮੈਂ ਇਹ ਮੰਨਣ ਜਾ ਰਿਹਾ ਹਾਂ ਕਿ ਸਟਰਿੰਗ ਵਿੱਚ ਯੂਨੀਫਾਰਮ ਟੈਂਸ਼ਨ ਟੀ ਹੈ। ਇੱਥੇ ਇੱਕ ਸੰਤੁਲਨ ਸਥਿਤੀ ਹੁੰਦੀ ਹੈ ਜਦੋਂ ਕੁਝ ਵੀ ਡਿਸਟਰਬ ਨਹੀਂ ਹੁੰਦਾ, ਤਾਂ ਜੋ ਇੱਥੇ ਹੇਠਲੀ ਲਾਈਨ ਦੁਆਰਾ ਦਿਖਾਇਆ ਗਿਆ ਹੋਵੇ। ਇਸ ਲਈ ਜਦੋਂ ਕੁਝ ਵੀ ਡਿਸਟਰਬ ਨਹੀਂ ਹੁੰਦਾ, ਇਹ ਉਹ ਥਾਂ ਹੈ ਜਿੱਥੇ ਸਿਸਟਮ ਆਰਾਮ ਕਰੇਗਾ। ਹੁਣ ਜੇਕਰ ਮੈਂ ਬੀਡਸ ਵਿੱਚੋਂ ਇੱਕ ਨੂੰ ਖਿੱਚ ਕੇ ਛੱਡ ਦਿੰਦਾ ਹਾਂ, ਤਾਂ ਇਹ ਓਸੀਲੇਟ ਕਰਨਾ ਸ਼ੁਰੂ ਕਰ ਦੇਵੇਗਾ, ਅਤੇ ਹੋ ਸਕਦਾ ਹੈ ਕਿ ਕਿਸੇ ਸਮੇਂ ਇਹ 3 ਬੀਡਸ ਦੀ ਕਾਨਫਿਗਰੇਸ਼ਨ ਹੋਵੇ ਜਿਵੇਂ ਕਿ ਮੈਂ ਇੱਥੇ ਖਿੱਚਿਆ ਹੈ। ਇਸ ਲਈ ਮੈਂ ਹੇਠ ਲਿਖੀਆਂ ਚੀਜ਼ਾਂ ਨੂੰ ਮੰਨ ਰਿਹਾ ਹਾਂ ਕਿ ਬੀਡਸ ਬਰਾਬਰ ਦੂਰੀ ਤੇ ਹਨ। ਇਸ ਲਈ ਬੀਡਸ ਵਿਚਕਾਰ ਸਪੇਸਿੰਗ ਇਹ ਹੈ। ਹਰੇਕ ਬੀਡ ਦੇ ਡਿਸਪਲੇਸਮੈਂਟ ਨੂੰ y ਦੁਆਰਾ ਦਰਸਾਇਆ ਗਿਆ ਹੈ, ਅਤੇ ਇੱਥੇ ਇਹ ਇੰਡੈਕਸ r ਹੈ ਜੋ ਤੁਸੀਂ ਇੱਥੇ ਦੇਖੋਗੇ, ਜੋ ਕਿ ਬੀਡ ਦੀ ਸੰਖਿਆ ਲਈ ਇੰਡੈਕਸ ਹੈ। ਇਸ ਲਈ ਉਦਾਹਰਨ ਲਈ ਮੱਧਮ ਬੀਡ ਜੋ ਚਿੱਤਰ ਵਿੱਚ ਦਿਖਾਇਆ ਗਿਆ ਹੈ ਖੱਬੇ ਪਾਸੇ ਅਤੇ ਸੱਜੇ ਪਾਸੇ 'rਵਾਂ ਬੀਡ ਹੈ। ਤੁਹਾਡੇ ਕੋਲ yr-1 ਅਤੇ yr+1 ਬੀਡ ਹੈ। ਇਸ ਲਈ ਇਸ ਤਰ੍ਹਾਂ ਤੁਸੀਂ ਆਪਣੇ ਬੀਡਸ ਨੂੰ 1 ਤੋਂ ਲੈ ਕੇ n ਦੇ ਕੁਝ ਵੱਡੇ ਮੁੱਲ ਤੱਕ ਦੀ ਗਿਣਤੀ ਕਰ ਸਕਦੇ ਹੋ, ਪਰ ਅਸੀਂ ਉਹਨਾਂ ਵਿੱਚੋਂ 3 ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਅਤੇ ਇਸ ਕਾਨਫਿਗਰੇਸ਼ਨ ਵਿੱਚ ਮੈਂ ਇਹ ਵੀ ਮੰਨ ਲਵਾਂ ਕਿ ਇੱਥੇ ਇਹ ਐਂਗਲ θ1 ਹੈ। ਇਸ ਲਈ ਅਸੀਂ ਹੁਣ ਇਸ ਟੈਂਸ਼ਨ ਨੂੰ 2 ਹਿੱਸਿਆਂ ਵਿੱਚ ਹੱਲ ਕਰ ਸਕਦੇ ਹਾਂ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅਸੀਂ ਇੱਕ ਸਧਾਰਨ ਹਾਰਮੋਨਿਕ ਓਸੀਲੇਸ਼ਨਾਂ ਦੀ ਸਮੱਸਿਆ ਸ਼ੁਰੂ ਕਰ ਰਹੇ ਸੀ, ਤਾਂ ਅਸੀਂ ਹਮੇਸ਼ਾ ਛੋਟੀਆਂ ਓਸੀਲੇਸ਼ਨਸ ਦੀ ਸੀਮਾ ਨੂੰ ਦੇਖ ਰਹੇ ਸੀ।
ਇਸ ਲਈ ਇੱਥੇ ਦੁਬਾਰਾ ਅਸੀਂ ਛੋਟੀਆਂ ਓਸੀਲੇਸ਼ਨਸ ਦੀ ਸੀਮਾ ਨੂੰ ਵੇਖਣ ਜਾ ਰਹੇ ਹਾਂ, ਜਿਸ ਦਾ ਮਤਲਬ ਹੈ ਕਿ θ1 ਅਤੇ θ2 ਅਸਲ ਵਿੱਚ ਛੋਟੇ ਹਨ। ਇਸ ਲਈ θ1 ਅਤੇ θ2 ਦੀ ਸੀਮਾ ਵਿੱਚ ਦੋ ਹੋਰੀਜ਼ੋਨਟਲ ਕੰਪੋਨੈਂਟ ਜੋ ਕਿ t cos θ1 ਅਤੇ t cos θ2 ਹਨ, ਉਹ ਬਰਾਬਰ ਅਤੇ ਉਲਟ ਦਿਸ਼ਾ ਵਿੱਚ ਹੋਣਗੇ। ਇਸ ਲਈ ਇਸ ਹੋਰੀਜ਼ੋਨਟਲ ਦਿਸ਼ਾ ਵਿੱਚ ਬੀਡ ਉੱਤੇ ਕੋਈ ਨੈਟ ਫੋਰਸ ਨਹੀਂ ਹੈ, ਜਿਸ ਦਾ ਮਤਲਬ ਹੈ ਕਿ ਇਸ ਬੀਡ ਲਈ ਸਿਰਫ ਸੰਭਵ ਡਾਇਨਾਮਿਕਸ ਉੱਪਰ ਅਤੇ ਹੇਠਾਂ ਜਾਣਾ ਹੈ। ਇਸ ਲਈ ਇਹ ਇੱਕ ਸਤਹ ਵਿੱਚ ਇਹ ਉੱਪਰ ਅਤੇ ਹੇਠਾਂ ਜਾਂਦਾ ਹੈ ਤਾਂ ਜੋ ਇਹ ਸਾਡੀਆਂ ਧਾਰਨਾਵਾਂ ਦਾ ਹਿੱਸਾ ਹੈ। ਇਸ ਲਈ ਹੇਠਾਂ ਵੱਲ ਨੈਟ ਫੋਰਸ ਇਹਨਾਂ ਦੋ ਫੋਰਸਸ t sin θ1 ਅਤੇ t sin θ2 ਦਾ ਜੋੜ ਹੋਵੇਗਾ। ਅਤੇ ਇੱਥੇ ਇਸ ਸਥਿਤੀ ਵਿੱਚ ਟੈਂਸ਼ਨ ਰੀਸਟੋਰਿੰਗ ਫੋਰਸ ਪ੍ਰਦਾਨ ਕਰਦਾ ਹੈ, ਅਤੇ ਜੋ ਅਸੀਂ t sin θ1 ਅਤੇ t sin θ2 ਦੇ ਰੂਪ ਵਿੱਚ ਲਿਖਿਆ ਹੈ ਉਹ ਸਿਰਫ ਰੀਸਟੋਰਿੰਗ ਫੋਰਸ ਹੈ। ਇਸ ਲਈ ਇਸ ਨਾਲ ਅਸੀਂ ਹੁਣ ਮੋਸ਼ਨ ਦੀ ਇਕੁਏਸ਼ਨ ਨੂੰ ਲਿਖ ਸਕਦੇ ਹਾਂ। ਇਸ ਲਈ ਇੱਥੇ ਮੈਂ r ਵਾਂ ਬੀਡ ਲਈ ਗਤੀ ਦੇ ਇਕੁਏਸ਼ਨ ਨੂੰ ਹੇਠਾਂ ਲਿਖਿਆ ਹੈ। ਮੈਂ ਇਹ ਮੰਨ ਲਿਆ ਹੈ ਕਿ ਸਾਰੇ ਬੀਡਸ ਦਾ ਪੁੰਜ m ਹੁੰਦਾ ਹੈ। t ਬੇਸ਼ੱਕ ਸਟ੍ਰਿੰਗ ਵਿੱਚ ਯੂਨੀਫਾਰਮ ਟੈਂਸ਼ਨ ਹੈ। ਹੁਣ ਜੇ ਤੁਸੀਂ ਉਸ ਚਿੱਤਰ ਤੇ ਵਾਪਸ ਜਾਂਦੇ ਹੋ ਜੋ ਅਸੀਂ ਪਹਿਲਾਂ ਦੇਖਿਆ ਸੀ ਤਾਂ ਤੁਸੀਂ ਵੇਖੋਗੇ ਕਿ ਅਸੀਂ ਇਹਨਾਂ ਡਿਸਪਲੇਸਮੈਂਟਸ ਦੇ ਸੰਦਰਭ ਵਿੱਚ sin θ1 ਅਤੇ sin θ2 ਲਈ ਐਕਸਪ੍ਰੈਸ਼ਨ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਉਦਾਹਰਨ ਲਈ ਇਸ ਅੰਕੜੇ ਤੋਂ ਇਹ ਸਪਸ਼ਟ ਹੈ ਕਿ sin θ1 yr 1 ਦੇ ਬਰਾਬਰ ਹੋਵੇਗਾ, ਅਤੇ ਥੀਟਾ ਦੀ ਸੀਮਾ ਵਿੱਚ θ1 ਅਤੇ θ2 ਸਮਾਲ θ1 ਹੋਣ ਕਰਕੇ ਅਸੀਂ ਇਹ ਮੰਨ ਸਕਦੇ ਹਾਂ ਕਿ ਲਿੰਕ ਬਹੁਤਾ ਨਹੀਂ ਬਦਲਿਆ ਹੈ। ਇਸ ਲਈ ਮੈਂ ਇਸ ਨੂੰ ਆਪਣੇ ਆਪ ਹੀ ਮੰਨ ਲਵਾਂਗਾ। ਇਸੇ ਤਰ੍ਹਾਂ ਮੈਂ sin θ2 ਲਈ ਇੱਕ ਐਕਸਪ੍ਰੈਸ਼ਨ ਲਿਖਦਾ ਹਾਂ, ਜੋ yr ਪਲਸ ਮਾਈਨਸ yr ਪਲਸ ਨੂੰ a ਨਾਲ ਭਾਗ ਕੀਤਾ ਜਾਵੇਗਾ। ਹੁਣ ਸਾਨੂੰ ਸਿਰਫ ਇਹਨਾਂ ਦੋ ਸਮੀਕਰਨਾਂ ਨੂੰ ਮੋਸ਼ਨ ਦੇ ਇਕੁਏਸ਼ਨ ਵਿੱਚ ਸਬਸਟੀਟਿਊਟ ਦੀ ਲੋੜ ਹੈ। ਅਤੇ ਯਾਦ ਰੱਖੋ ਕਿ ਇਹ r ਵਾਂ ਪਾਰਟੀਕਲ ਲਈ ਮੋਸ਼ਨ ਦਾ ਇਕੁਏਸ਼ਨ ਹੈ। ਇਸ ਲਈ ਹੁਣ ਮੇਰੇ ਕੋਲ ਮੋਸ਼ਨ ਦੀ ਇਕੁਏਸ਼ਨ ਹੈ। ਅਤੇ ਅਗਲਾ ਕੰਮ ਅਸਲ ਵਿੱਚ ਇਸ ਨੂੰ ਹੱਲ ਕਰਨਾ ਹੈ। ਅਸੀਂ ਉਸੇ ਕਿਸਮ ਦੀ ਆਮ ਤਕਨੀਕ ਨੂੰ ਅਪਣਾਉਣ ਜਾ ਰਹੇ ਹਾਂ ਜੋ ਅਸੀਂ ਪਿਛਲੇ ਹਫ਼ਤੇ ਅਪਣਾਇਆ ਸੀ। ਮੈਂ ਇਹ ਮੰਨ ਕੇ ਲਿਖਾਂਗਾ ਕਿ yr, ਜੋ ਕਿ rਵੀਂ ਪੋਜੀਸ਼ਨ ਤੇ ਡਿਸਪਲੇਸਮੈਂਟ ਹੈ, ਬੇਸ਼ੱਕ ਸਮੇਂ ਤੇ ਨਿਰਭਰ ਹੋਣ ਜਾ ਰਿਹਾ ਹੈ। ਇਹ r ਹੋਵੇਗਾ ਜੋ ਐਂਪਲੀਟਿਊਡ e ਪਾਵਰ i ਓਮੇਗਾ t ਹੈ, ਅਤੇ ਇਸੇ ਤਰ੍ਹਾਂ ਮੈਂ yr-1 ਅਤੇ yr+1 ਲਈ ਇਕੁਏਸ਼ਨ ਲਿਖ ਸਕਦਾ ਹਾਂ। ਹੁਣ ਅਸੀਂ ਇਹਨਾਂ ਤਿੰਨ ਐਕਸਪ੍ਰੈਸ਼ਨਸ ਨੂੰ ਆਪਣੇ ਗਤੀ ਦੇ ਇਕੁਏਸ਼ਨ ਵਿੱਚ ਵਾਪਸ ਡਿਸਪਲੇਸਮੈਂਟ ਲਈ ਸਬਸਟੀਟਿਊਟ ਕਰਾਂਗੇ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਮੈਨੂੰ ਹੇਠਾਂ ਦਿੱਤੀ ਇਕੁਏਸ਼ਨ ਮਿਲੇਗੀ। ਇਹ ਇੱਕ ਸਧਾਰਨ ਅਭਿਆਸ ਹੈ। ਮੈਂ ਤੁਹਾਨੂੰ ਇਸ ਦੀ ਖੁਦ ਜਾਂਚ ਕਰਨ ਦੀ ਬੇਨਤੀ ਕਰਦਾ ਹਾਂ। ਇਸ ਇਕੁਏਸ਼ਨ ਨੂੰ ਅਕਸਰ ਬੁਨਿਆਦੀ ਇਕੁਏਸ਼ਨ ਕਿਹਾ ਜਾਂਦਾ ਹੈ, ਅਤੇ ਤੁਸੀਂ ਦੇਖੋਗੇ ਕਿ ਕਿਉਂਕਿ ਇਸ ਤੋਂ ਅਸੀਂ ਲੋੜੀਂਦੀ ਹਰ ਚੀਜ਼ ਨੂੰ ਪੂਰਾ ਕਰ ਸਕਦੇ ਹਾਂ। ਹੁਣ ਇੱਕ ਸਿੰਗਲ b ਦੇ ਕੇਸ ਲਈ ਇਸ ਦੀ ਜਾਂਚ ਕਰੀਏ। ਇਹ ਸਭ ਤੋਂ ਸਰਲ ਸਮੱਸਿਆ ਹੈ ਜਿਸ ਬਾਰੇ ਕੋਈ ਸੋਚ ਸਕਦਾ ਹੈ। ਬੇਸ਼ੱਕ ਇਹ ਕਿਸੇ ਹੋਰ ਚੀਜ਼ ਨਾਲ ਬਿਨਾਂ ਕਿਸੇ ਜੋੜ ਦੇ ਸਿਸਟਮ ਵਿੱਚ ਹੋਵੇਗਾ, ਪਰ ਫਿਰ ਵੀ ਇਹ ਜਾਂਚ ਕਰਨ ਲਈ ਇੱਕ ਸਧਾਰਨ ਕੇਸ ਹੈ, ਅਤੇ ਮੈਂ ਇਹ ਮੰਨ ਲਵਾਂਗਾ ਕਿ ਇਹਨਾਂ ਦੋਵਾਂ ਸਿਰਿਆਂ ਤੋਂ ਦੂਰੀ a ਹੈ। ਇਸ ਲਈ ਇੱਥੋਂ ਇਸ ਬਿੰਦੂ ਤੋਂ ਸਟ੍ਰਿੰਗ ਨੂੰ ਇੱਕ ਮਜ਼ਬੂਤ ਕੰਧ ਨਾਲ ਬੰਨ੍ਹਿਆ ਗਿਆ ਹੈ। ਅਸਲ ਵਿੱਚ ਸਿਰਫ ਇੱਕ ਸਥਿਤੀ ਵਿੱਚ ਇੱਕ ਮਣਕਾ ਹੈ, ਅਤੇ ਜੇ ਮੈਂ ਇਸ ਨੂੰ ਥੋੜਾ ਜਿਹਾ ਡਿਸਟਰਬੈਂਸ ਕਰ ਦਿੰਦਾ ਹਾਂ ਤਾਂ ਇਹ ਉੱਪਰ ਅਤੇ ਹੇਠਾਂ ਓਸੀਲੇਟ ਕਰਦਾ ਜਾ ਰਿਹਾ ਹੈ। ਇਸ ਲਈ ਇੱਥੇ ਸੀਮਾ ਦੀਆਂ ਸਥਿਤੀਆਂ ਇਸ ਬਿੰਦੂ ਤੇ ਬਹੁਤ ਸਪਸ਼ਟ ਹਨ। ਜਿੱਥੇ ਸਟ੍ਰਿੰਗ ਨੂੰ ਕੰਧ ਨਾਲ ਬੰਨ੍ਹਿਆ ਗਿਆ ਹੈ, ਉੱਥੇ ਕੋਈ ਓਸੀਲੇਸ਼ਨ ਨਹੀਂ ਹਨ। ਇਹ ਉੱਥੇ ਕਾਫੀ ਤੰਗ ਹੈ। ਇਸ ਲਈ r ਕਣ ਦੀ ਸਥਿਤੀ ਲਈ ਇੰਡੈਕਸ ਹੈ। ਇਸ ਲਈ ਸਾਡੇ ਕੋਲ ਸਿਰਫ ਇੱਕ ਕਣ ਹੈ। ਇਸ ਲਈ 0 ਤੋਂ 2 ਹੋ ਜਾਵੇਗਾ, ਅਤੇ ਇੱਕ ਸਥਿਤੀ ਵਿੱਚ ਇੱਕ ਕਣ ਹੈ 0 ਅਤੇ 2 ਸਥਿਰ ਹਨ। ਇਸ ਲਈ ਅਸੀਂ ਜੋ ਬਾਉਂਡਰੀ ਕੰਡੀਸ਼ਨ ਲਈ ਹੈ ਉਹ ਇਸ ਤੱਥ ਦਾ ਪ੍ਰਤੀਬਿੰਬ ਹੈ
ਕਿਉਂਕਿ ਇੱਕ 0 ਹੈ 0 ਅਤੇ ਇੱਕ 2 ਹੈ 0, ਮੇਰੇ ਕੋਲ ਹੇਠਾਂ ਦਿੱਤੀ ਇਕੁਏਸ਼ਨ ਬਚੀ ਹੈ। ਹੁਣ ਅਸੀਂ ਜਾਣਦੇ ਹਾਂ ਕਿ ਇਹ ਇੱਕ ਸਥਿਤੀ 1 ਤੇ ਬੀਟ ਦਾ ਐਂਪਲੀਟਿਊਡ ਹੈ, ਅਤੇ ਆਮ ਤੌਰ ਤੇ ਐਂਪਲੀਟਿਊਡ 0 ਦੇ ਬਰਾਬਰ ਨਹੀਂ ਹੈ, ਇਸ ਲਈ ਆਮ ਤੌਰ ਤੇ 0 ਦੇ ਬਰਾਬਰ ਨਹੀਂ ਹੈ। ਇਸ ਲਈ ਬ੍ਰੈਕਟ ਵਿੱਚ ਬਾਕੀ ਮਾਤਰਾਵਾਂ 0 ਦੇ ਬਰਾਬਰ ਹੋਣੀਆਂ ਚਾਹੀਦੀਆਂ ਹਨ। t ਦੇ ਬਰਾਬਰ m ਓਮੇਗਾ ਵਰਗ 0 ਅਤੇ ਇਹ ਮੈਨੂੰ ਓਮੇਗਾ ਵਰਗ ਲਈ ਇੱਕ ਐਕਸਪ੍ਰੈਸ਼ਨ ਦੇਵੇਗਾ। ਇਸ ਲਈ ਇਹ ਮੈਨੂੰ ma ਰਾਹੀਂ 2t ਦੇਵੇਗਾ। ਇਸ ਲਈ ਇੱਥੇ ਮੈਂ ਇੱਕ ਕਣ ਲਈ ਆਮ ਮੋਡ ਫ੍ਰੀਕੁਏਂਸੀ ਪ੍ਰਾਪਤ ਕੀਤੀ ਹੈ। ਇਸ ਲਈ ਇਸ ਨੂੰ ਆਮ ਮੋਡ ਫ੍ਰੀਕੁਏਂਸੀ ਕਹਿਣਾ ਅਸਲ ਵਿੱਚ ਗਲਤ ਹੈ, ਇਹ ਸਿਰਫ ਇੱਕ ਸਿੰਗਲ ਓਸੀਲੇਟਿੰਗ ਬੀਟ ਦੀ ਫ੍ਰੀਕੁਏਂਸੀ ਹੈ। ਹੁਣ ਆਓ ਜਟਿਲਤਾ ਦੇ ਅਗਲੇ ਪੱਧਰ ਤੇ ਚੱਲੀਏ। ਇਸ ਲਈ ਅਸੀਂ ਬੁਨਿਆਦੀ ਇਕੁਏਸ਼ਨ ਨੂੰ ਵੇਖਾਂਗੇ, ਪਰ ਆਓ ਇਸ ਕੇਸ ਵਿੱਚ ਬਾਉਂਡਰੀ ਕੰਡੀਸ਼ਨਸ ਨੂੰ ਦੁਬਾਰਾ ਲਿਖਦੇ ਹਾਂ। ਚਲੋ ਹੁਣ ਦੂਜੀਆਂ ਦੋ ਪੋਜੀਸ਼ਨਾਂ ਲਈ ਖਾਸ ਸਮੀਕਰਨਾਂ ਲਿਖਦੇ ਹਾਂ, ਜੋ ਕਿ ਇੱਕ ਪੋਜੀਸ਼ਨ ਤੇ ਇੱਕ ਬੀਟ ਅਤੇ ਪੋਜੀਸ਼ਨ 2 ਤੇ ਇੱਕ ਬੀਟ ਹੈ। ਇਸ ਲਈ ਮੰਨ ਲਓ ਕਿ r 1 ਦੇ ਬਰਾਬਰ ਹੈ। ਜੇਕਰ ਮੈਂ ਸੈੱਟ ਕਰਦਾ ਹਾਂ r 1 ਦੇ ਬਰਾਬਰ ਹੈ ਅਤੇ ਇਸ ਇਕੁਏਸ਼ਨ ਵਿੱਚ r 1 ਦੇ ਬਰਾਬਰ ਪਾਓ, ਮੈਂ ਹੇਠਾਂ ਦਿੱਤਾ ਇੱਕ ਪ੍ਰਾਪਤ ਕਰਨ ਜਾ ਰਿਹਾ ਹਾਂ। ਇਸ ਲਈ ਮੈਂ ਬਸ ਇਸ ਇਕੁਏਸ਼ਨ ਵਿੱਚ ਇੱਥੋਂ r ਦੇ ਮੁੱਲ ਨੂੰ ਸਬਸਟੀਟਿਊਟ ਲਈ ਕੀਤਾ ਹੈ, ਅਤੇ ਮੈਨੂੰ ਇਹ ਇਕੁਏਸ਼ਨ ਮਿਲ ਗਿਆ ਹੈ। ਹੁਣ r ਨੂੰ 2 ਦੇ ਬਰਾਬਰ ਲਈ ਇੱਕ ਸਮਾਨ ਅਭਿਆਸ ਕਰੀਏ। ਇਸ ਲਈ ਬੁਨਿਆਦੀ ਇਕੁਏਸ਼ਨ ਵਿੱਚ r ਨੂੰ 2 ਦੇ ਬਰਾਬਰ ਦਾ ਮੁੱਲ ਪਾਓ। ਹੁਣ ਜੇਕਰ ਤੁਹਾਨੂੰ ਯਾਦ ਹੈ ਕਿ ਸਾਡੀਆਂ ਸੀਮਾਵਾਂ ਦੀਆਂ ਸ਼ਰਤਾਂ ਇੱਕ 0 0 ਦੇ ਬਰਾਬਰ ਹਨ ਅਤੇ ਇੱਕ 3 0 ਦੇ ਬਰਾਬਰ ਹਨ, ਜਿਸ ਸਥਿਤੀ ਵਿੱਚ ਇਹ ਮਿਆਦ ਚਲੀ ਜਾਵੇਗੀ ਅਤੇ ਇਹ ਮਿਆਦ ਚਲੀ ਜਾਵੇਗੀ। ਇਸ ਲਈ ਹੁਣ ਜੇਕਰ ਤੁਸੀਂ ਬਾਕੀ ਸਮੀਕਰਨਾਂ ਨੂੰ ਦੇਖਦੇ ਹੋ ਜੋ ਸਾਡੇ ਕੋਲ ਹਨ, ਇਸ ਦੀਆਂ ਦੋ ਸਮੀਕਰਨਾਂ ਅਤੇ ਦੋ ਅਗਿਆਤ ਹਨ, ਅਣਜਾਣ 1 ਅਤੇ 1 2 ਹਨ। ਇਸ ਲਈ ਹੁਣ ਸਾਨੂੰ ਇਸ ਨੂੰ ਹੱਲ ਕਰਨ ਦੀ ਲੋੜ ਹੈ। ਜਿਵੇਂ ਕਿ ਆਮ ਮੰਗ ਹੈ ਕਿ ਸਾਨੂੰ ਨੌਨ ਟ੍ਰਿਵੀਅਲ ਹੱਲਾਂ ਦੀ ਲੋੜ ਹੈ, ਜਿਸ ਦਾ ਮਤਲਬ ਹੈ ਕਿ 1 ਅਤੇ 1 2 0 ਦੇ ਬਰਾਬਰ ਨਹੀਂ ਹਨ। ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਸਾਨੂੰ ਓਮੇਗਾ ਵਰਗ ਦੇ ਦੋ ਵੱਖ-ਵੱਖ ਮੁੱਲ ਪ੍ਰਾਪਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸ ਲਈ ਮੇਰੇ ਕੋਲ ਦੋ ਸਮੀਕਰਨਾਂ ਅਤੇ ਦੋ ਅਗਿਆਤ ਹਨ। ਇਸ ਲਈ ਮੈਂ ਇੱਥੋਂ ਇਹ ਇੱਕ ਨੂੰ ਸਬਸਟੀਟਿਊਟ ਕਰ ਸਕਦਾ ਹਾਂ। ਜੇਕਰ ਮੈਂ ਅਜਿਹਾ ਕਰਦਾ ਹਾਂ ਤਾਂ ਮੈਂ 2 m ਓਮੇਗਾ ਵਰਗ a by t ਹੋਲ ਸਕੁਏਅਰ ਨੂੰ 1 2 ਨੂੰ 1 2 ਦੇ ਬਰਾਬਰ ਕਰਨ ਜਾ ਰਿਹਾ ਹਾਂ, ਅਤੇ ਕਿਉਂਕਿ 1 2 ਆਪਣੇ ਆਪ ਵਿੱਚ 0 ਦੇ ਬਰਾਬਰ ਨਹੀਂ ਹੈ, ਇਸ ਸਕੁਏਅਰ ਬ੍ਰੈਕਟ ਵਿੱਚ ਇੱਥੇ ਕੁਆਂਟੀਟੀ 0 ਦੇ ਬਰਾਬਰ ਹੋਵੇਗੀ। ਹੁਣ ਜਦੋਂ ਬ੍ਰੈਕਟ ਦੇ ਅੰਦਰ ਕੁਆਂਟੀਟੀ 0 ਦੇ ਬਰਾਬਰ ਹੈ, ਇਸ ਲਈ ਇਹ ਇੱਕ ਸਕੁਏਅਰ ਮਾਈਨਸ b ਵਰਗ 0 ਦੇ ਬਰਾਬਰ ਹੈ। ਇਸ ਲਈ ਮੈਂ a ਪਲੱਸ b ਨੂੰ a ਮਾਈਨਸ b ਵਿੱਚ ਵੰਡ ਸਕਦਾ ਹਾਂ, ਅਤੇ ਇਹ ਮੈਨੂੰ ਹੇਠਾਂ ਦਿੱਤੀ ਇਕੁਏਸ਼ਨ ਦੇਵੇਗਾ, ਅਤੇ ਇਸ ਸਥਿਤੀ ਵਿੱਚ ਉਹਨਾਂ ਵਿੱਚੋਂ ਹਰ ਇੱਕ ਵਿਅਕਤੀਗਤ ਤੌਰ ਤੇ 0 ਦੇ ਬਰਾਬਰ ਹੋਵੇਗਾ, ਜਿਸ ਵਿੱਚ ਮੈਂ ਹਰੇਕ ਸ਼ਬਦ ਨੂੰ 0 ਦੇ ਬਰਾਬਰ ਸੈੱਟ ਕਰ ਸਕਦਾ ਹਾਂ, ਅਤੇ ਓਮੇਗਾ ਵਰਗ ਲਈ ਇੱਕ ਐਕਸਪ੍ਰੈਸ਼ਨ ਲਿਖ ਸਕਦਾ ਹਾਂ। ਇਸ ਲਈ ਜੇਕਰ ਮੈਂ ਅਜਿਹਾ ਇਸ ਕੇਸ ਲਈ ਕਰਦਾ ਹਾਂ, ਤਾਂ ਇਹ ਮੈਨੂੰ ਓਮੇਗਾ ਵਰਗ ਲਈ ਹੇਠਾਂ ਲਿਖਿਆ ਐਕਸਪ੍ਰੈਸ਼ਨ ਦੇਵੇਗਾ। ਇਸ ਲਈ ਮੈਂ ਇਸ ਨੂੰ ਓਮੇਗਾ 1 ਵਰਗ ਕਹਾਂਗਾ, ਜੋ ma ਰਾਹੀਂ t ਹੋਵੇਗਾ। ਅਤੇ ਜੇਕਰ ਮੈਂ ਇਸ ਨੂੰ 0 ਦੇ ਬਰਾਬਰ ਸੈੱਟ ਕਰਦਾ ਹਾਂ ਤਾਂ ਮੈਂ ਦੂਜੀ ਆਮ ਮੋਡ ਫ੍ਰੀਕੁਏਂਸੀ ਪ੍ਰਾਪਤ ਕਰਨ ਜਾ ਰਿਹਾ ਹਾਂ, ਜੋ ਕਿ ਓਮੇਗਾ 2 ਵਰਗ 3t by ma ਹੋਵੇਗਾ। ਇਸ ਲਈ ਹੁਣ ਇਹ ਦੋ ਬੀਟਸ ਦੋ ਓਸੀਲੇਟਿੰਗ ਬੀਟਸ ਦਾ ਮਾਮਲਾ ਸੀ, ਅਤੇ ਮੇਰੇ ਕੋਲ ਦੋ ਆਮ ਮੋਡ ਫ੍ਰੀਕੁਐਂਸੀ ਹਨ। ਅਸੀਂ ਇਕੁਏਸ਼ਨ ਤੋਂ ਸ਼ੁਰੂ ਹੋਣ ਵਾਲੇ ਸਾਧਾਰਨ ਮੋਡਾਂ ਨੂੰ ਵੀ ਲੱਭ ਸਕਦੇ ਹਾਂ। ਬੁਨਿਆਦੀ ਇਕੁਏਸ਼ਨ ਤੋਂ ਅਸੀਂ ਬਾਉਂਡਰੀ ਕੰਡੀਸ਼ਨ ਨੂੰ ਬਦਲ ਦਿੱਤਾ ਹੈ, ਅਤੇ ਬਾਉਂਡਰੀ ਕੰਡੀਸ਼ਨ ਵਿੱਚ ਪਾਉਣ ਤੋਂ ਬਾਅਦ ਇਹ ਇਕੁਏਸ਼ਨ ਦੇ ਦੋ ਸੈੱਟ ਹਨ ਜੋ ਮੇਰੇ ਕੋਲ ਹਨ। ਅਤੇ ਹੁਣ
ਇਹਨਾਂ ਵਿੱਚੋਂ ਹਰੇਕ ਕੇਸ ਲਈ ਸਾਧਾਰਨ ਮੋਡ ਪ੍ਰਾਪਤ ਕਰਨ ਲਈ ਮੈਨੂੰ ਇੱਥੇ ਓਮੇਗਾ ਵਰਗ ਨੂੰ ਸਬਸਟੀਟਿਊਟ ਦੀ ਲੋੜ ਹੈ। ਤਾਂ ਆਓ ਸਬਸਟੀਟਿਊਟ ਓਮੇਗਾ ਸਕੁਏਅਰ ਨੂੰ ਓਮੇਗਾ 1 ਵਰਗ ਦੇ ਬਰਾਬਰ ਕਰ ਦਈਏ। ਅਤੇ ਯਾਦ ਰੱਖੋ ਕਿ ਅਸੀਂ ਪਹਿਲਾਂ ਹੀ ਕਿਹਾ ਹੈ ਕਿ ਓਮੇਗਾ 1 ਵਰਗ ma ਦੇ ਬਰਾਬਰ ਹੈ। ਇਸ ਲਈ ਇਹ ਮੇਰੀ ਪਹਿਲੀ ਆਮ ਮੋਡ ਫ੍ਰੀਕੁਐਂਸੀ ਹੈ ਅਤੇ ਇਸ ਕੇਸ ਵਿੱਚ ਹੁਣ ਜੇਕਰ I ਇਹਨਾਂ ਦੋ ਫ੍ਰੀਕੁਐਂਸੀ ਵਿੱਚ ਓਮੇਗਾ 1 ਵਰਗ ਬਰਾਬਰ t ਰਾਹੀਂ ma ਨੂੰ ਸਬਸਟੀਟਿਊਟ ਕਰੋਗੇ, ਤੁਸੀਂ ਦੇਖ ਸਕਦੇ ਹੋ ਕਿ ਕੀ ਹੋਵੇਗਾ। ਸਾਡੇ ਕੋਲ ਸਿਰਫ ਇੱਕ ਇਕੁਏਸ਼ਨ ਹੈ, ਇਸ ਲਈ ਇਹ ਆਸਾਨੀ ਨਾਲ ਸੰਤੁਸ਼ਟ ਹੋ ਸਕਦਾ ਹੈ ਜੇਕਰ ਅਸੀਂ a ਨੂੰ 2 ਦੇ ਬਰਾਬਰ ਹੋਣ ਲਈ ਚੁਣਦੇ ਹਾਂ, ਤਾਂ ਜੋ ਮੈਨੂੰ 1 ਅਤੇ 1 ਹੋਣ ਲਈ ਇੱਕ ਸਧਾਰਨ ਮੋਡ ਮਿਲੇਗਾ। ਅਤੇ ਇਸੇ ਤਰ੍ਹਾਂ ਜੇਕਰ ਮੈਂ ਦੂਜੇ ਸਾਧਾਰਨ ਮੋਡ ਲਈ ਉਸੇ ਤਰ੍ਹਾਂ ਦਾ ਵਿਸ਼ਲੇਸ਼ਣ ਕਰਦਾ ਹਾਂ ਤਾਂ ਮੈਨੂੰ ਓਮੇਗਾ 2 ਵਰਗ ਦੇ ਬਰਾਬਰ ਓਮੇਗਾ ਵਰਗ ਸਬਸਟੀਟਿਊਟ ਕਰਨਾ ਪਵੇਗਾ ਜੋ ਕਿ 3t ਬਾਏ ma ਦੇ ਬਰਾਬਰ ਹੈ। ਇਸ ਕੇਸ ਵਿੱਚ ਮੈਂ ਇਸ ਨੂੰ ਤੁਹਾਡੇ ਤੇ ਆਪਣੇ ਆਪ ਕਰਨ ਲਈ ਛੱਡ ਦਿਆਂਗਾ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜੋ ਅਸੀਂ ਪਹਿਲੀ ਆਮ ਮੋਡ ਫ੍ਰੀਕੁਐਂਸੀ ਲਈ ਕੀਤਾ ਸੀ। ਅਤੇ ਜੇਕਰ ਤੁਸੀਂ ਇਸ ਨੂੰ ਸਹੀ ਢੰਗ ਨਾਲ ਕਰਦੇ ਹੋ ਤਾਂ ਤੁਹਾਨੂੰ ਇਹ ਦਿਖਾਉਣ ਦੇ ਯੋਗ ਹੋਣਾ ਚਾਹੀਦਾ ਹੈ ਕਿ a1 -a2 ਦੇ ਬਰਾਬਰ ਹੈ। ਇਸ ਲਈ ਇਹ 1 ਅਤੇ -1 ਦੁਆਰਾ ਦਿੱਤੇ ਗਏ ਆਮ ਮੋਡ ਨਾਲ ਮੇਲ ਖਾਂਦਾ ਹੈ। ਅਤੇ ਹੁਣ ਜੇਕਰ ਤੁਸੀਂ ਇਸ ਨਤੀਜੇ ਨੂੰ ਭੌਤਿਕ ਰੂਪਾਂ ਵਿੱਚ ਟਰਾਂਸਫਾਰਮ ਕਰਨਾ ਚਾਹੁੰਦੇ ਹੋ, ਤਾਂ ਇਹ ਕਹਿਣ ਦੇ ਬਰਾਬਰ ਹੈ ਕਿ ਪਹਿਲਾ ਆਮ ਮੋਡ ਜਿਸ ਦੀ ਆਮ ਮੋਡ ਫ੍ਰੀਕੁਐਂਸੀ ਓਮੇਗਾ 1 ਵਰਗ ਦੁਆਰਾ ਦਿੱਤੀ ਗਈ ਹੈ, ਉਹ ਦੋਵੇਂ ਇਕੱਠੇ ਉੱਪਰ ਜਾਣਗੇ, ਇਕੱਠੇ ਹੇਠਾਂ ਆਉਣਗੇ ਅਤੇ ਇਕੱਠੇ ਵਧਣਗੇ। ਉਹਨਾਂ ਦੇ ਅਨੁਸਾਰੀ ਹੋਵੇਗੀ ਅਤੇ ਇਸ ਤਰ੍ਹਾਂ ਤੇ। ਇਸ ਲਈ ਇਹ ਉਹਨਾਂ ਦੇ ਓਸੀਲੇਸ਼ਨ ਦਾ ਪੈਟਰਨ ਹੈ। ਦੂਜੇ ਪਾਸੇ, ਸੈਕਿੰਡ ਨਾਰਮਲ ਮੋਡ ਫ੍ਰੀਕੁਐਂਸੀ ਦੇ ਮਾਮਲੇ ਵਿੱਚ, ਉਹਨਾਂ ਦੇ ਓਸੀਲੇਸ਼ਨ ਦਾ ਪੈਟਰਨ ਹੈ, ਜੇਕਰ ਇੱਕ ਉੱਪਰ ਹੈ ਤਾਂ ਦੂਜਾ ਹੇਠਾਂ ਹੋਵੇਗਾ। ਹੁਣ, ਇਹ ਇਸ ਨੂੰ ਹੱਲ ਕਰਨ ਦਾ ਇੱਕ ਵਿਹਾਰਕ ਤਰੀਕਾ ਨਹੀਂ ਹੈ ਜੇਕਰ ਤੁਹਾਡੇ ਕੋਲ ਵੱਡੀ ਗਿਣਤੀ ਵਿੱਚ ਬੀਡਸ ਹਨ। ਅਗਲੀ ਕਲਾਸ ਵਿੱਚ ਅਸੀਂ ਦੇਖਾਂਗੇ ਕਿ ਅਸੀਂ ਇੱਕ ਸਧਾਰਨ ਹੱਲ ਕਿਵੇਂ ਪ੍ਰਾਪਤ ਕਰ ਸਕਦੇ ਹਾਂ, ਤਾਂ ਜੋ ਅਸੀਂ n ਬੀਡਸ ਦੇ ਇੱਕ ਆਮ ਕੇਸ ਲਈ, ਜੋ ਇੱਕ ਸਟਰਿੰਗ ਦੁਆਰਾ ਜੁੜੇ ਹੋਏ ਹਨ, ਲਈ ਵੀ ਆਮ ਮੋਡ ਫ੍ਰੀਕੁਐਂਸੀ ਅਤੇ ਆਮ ਮੋਡਾਂ ਨੂੰ ਪ੍ਰਾਪਤ ਕਰਨ ਲਈ ਸਕੇਲ ਕਰ ਸਕੀਏ।